ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਛੀਰ ਸਮੁੰਦਰ ਮਥਨ 14 ਰਤਨ ਕਥਨਨ। ਹੁਣ ਛੀਰ ਸਮੁੰਦਰ ਦਾ ਮੰਥਨ ਅਤੇ 14 ਰਤਨਾਂ ਦਾ ਕਥਨ। ਸ਼੍ਰੀ ਭਗਵਤੀ ਜੀ ਸਹਾਇ। ਟੋਟਕ ਛੰਦ। ਮਿਲ ਦੇਵ ਅਦੇਵਨ ਸਿੰਧ ਮਥਿਓ। ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। ਕਬ ਸਿਆਮ ਕਵੀਤਨ ਮਦ ਕਥਿਓ। ਉਸ ਬ੍ਰਿਤਾਂਤ ਨੂੰ ਸ਼ਿਆਮ ਕਵੀ ਨੇ ਕਵਿਤਾ ਵਿੱਚ ਕਥਨ ਕੀਤਾ। ਤਬ ਰਤਨ ਚਤੁਰਦਸ ਯੋ ਨਿਕਸੇ। ਤਦੋਂ 14 ਰਤਨ ਇਸ ਪ੍ਰਕਾਰ ਨਿਕਲੇ। ਅਸਿਤਾ ਨਿਸ ਮੋਹ ਸਸ ਸੇ ਬਿਗਸੇ। ਜਿਵੇਂ ਕਾਲੀ ਰਾਤ ਵਿੱਚ ਚੰਦਰਮਾ ਪ੍ਰਕਾਸ਼ਮਾਨ ਹੁੰਦਾ ਹੈ। ਅਮਰਾਤਕ ਸੀਸ ਕੀ ਔਰ ਹੁਵਨ। ਦੈਂਤ ਅਮਰਾਤਕ ਬਾਸਕ ਨਾਗ ਦੇ ਸਿਰ ਵਾਲੇ ਪਾਸੇ ਹੋਏ। ਮਿਲ ਪੂੰਛ ਗਹੀਂ ਦਿਸ ਦੇਵ ਦੁਵਨ। ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੁੱਛ ਪਕੜੀ। ਰਤਨਨ ਨਿਕਸੇ ਬਿਗਸੇ ਸਸਸੇ। ਜੋ ਰਤਨ ਨਿਕਲੇ ਉਹ ਚੰਦਰਮਾ ਵਾਂਗ ਪ੍ਰਕਾਸ਼ਮਾਨ ਹੋਏ। ਜਨਕੂਟਨ ਲੇਤ ਅਮੀ ਰਸਕੇ। ਅਤੇ ਸਾਰੇ ਖੁਸ਼ ਹੋਏ ਮਾਨੋ ਅੰਮ੍ਰਿਤ ਰਸ ਦੇ ਘੁੱਟ ਪੀਤੇ ਹੋਣ। ਨਿਕਸਤਿਓ ਤਨ ਸਾਇਕ ਸੁਧ ਸਿਤਨ। ਸਭ ਤੋਂ ਪਹਿਲਾਂ ਸੁਧ ਚਿੱਟੇ ਰੰਗ ਦਾ ਧਨੁਸ਼ ਬਾਣ ਨਿਕਲਿਆ। ਮਦਪਾਨ ਕੱਢਿਓ ਕਟ ਮਦ੍ਰਯ ਮੰਤਨ। ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕੱਢਿਆ ਗਿਆ। ਗਜਬਾਜ ਸੁਧਾ ਲਛਮੀ ਨਿਕਸੀ। ਇਸ ਤੋਂ ਬਾਅਦ ਐਰਾਵਤ ਹਾਥੀ, ਉੱਚਸਰਵਾ ਘੋੜਾ, ਅੰਮ੍ਰਿਤ ਅਤੇ ਲਛਮੀ ਇਸ ਤਰ੍ਹਾਂ ਨਿਕਲੀ। ਕਨਮੋ ਮਨੋ ਬਿੰਦੁਲਤਾ ਬਿਗਸੀ। ਮਾਨੋ ਕਾਲੇ ਬੱਦਲ ਵਿੱਚ ਬਿਜਲੀ ਚਮਕੀ ਹੋਵੇ। ਕਲਪਾ ਦ੍ਰੁਮ ਮਾਹੁਰ ਔਰੰਭਾ। ਫਿਰ ਕਲਪ ਬ੍ਰਿਛ, ਕਾਲਕੂਟ ਜ਼ਹਿਰ ਅਤੇ ਰੰਭਾ ਨਾਂ ਦੀ ਅਪਸਰਾ ਨਿਕਲੀ। ਜਿਹ ਮੋਹ ਰਹੇ ਲਖ ਇੰਦਰ ਸਭਾ। ਜਿਸ ਨੂੰ ਵੇਖ ਕੇ ਇੰਦਰ ਦੀ ਸਭਾ ਮੋਹੀ ਗਈ। ਮਨ ਕੌਸਤੁਭ ਚੰਦ ਸਰੂਪ ਸੁਭਨ। ਇਸ ਪਿੱਛੋਂ ਕੌਸਤੁਭ ਮਣੀ ਅਤੇ ਸੁੰਦਰ ਸਰੂਪ ਵਾਲਾ ਚੰਦਰਮਾ ਨਿਕਲਿਆ। ਜਿਹ ਭਜਤ ਦੈਤ ਬਿਲੋਕ ਜੁਦਨ। ਜਿਸ ਨੂੰ ਵੇਖ ਕੇ ਦੈਂਤ ਯੁੱਧ ਲਈ ਭੱਜ ਪਏ। ਨਿਕਸੀ ਗਵਰਾਜ ਸੁ ਤੇਨ ਪਲੀ। ਫਿਰ ਗਊਆਂ ਦੀ ਰਾਣੀ ਕਾਮਧੇਨੂ ਨਿਕਲੀ। ਜਿਹ ਛੀਨ ਲਇਓ ਸਹਸਾਸਤਰ ਬਲੀ। ਜਿਸ ਨੂੰ ਬਲੀ ਸਹਸਬਾਹੂ ਨੇ ਜਮਦਗਨੀ ਰਿਸ਼ੀ ਤੋਂ ਖੋਹ ਲਈ ਸੀ। ਗਨ ਰਤਨ ਗਣਿਓ ਊਪ ਰਤਨ ਅਬੇ। ਰਤਨਾਂ ਨੂੰ ਗਿਣ ਕੇ ਹੁਣ ਉਪ ਰਤਨਾਂ ਨੂੰ ਗਿਣਦਾ ਹਾਂ। ਤੁਮ ਸੰਤ ਸੁਨੋ ਚਿੱਤ ਲਾਏ ਸਭੇ। ਤੁਸੀਂ ਸਾਰੇ ਸੰਤ ਚਿੱਤ ਲਗਾ ਕੇ ਸੁਣੋ। ਗਨਜੋਕ ਹਰੀਤਕੀ ਔਰ ਮਦਨ। ਇਹ ਰਤਨ ਗਿਣਦਾ ਹਾਂ ਜੋਕ ਹਰੀੜ ਔਰ ਹਕੀਕ ਮਧੂ ਸ਼ਹਿਦ। ਜਨ ਪੰਚ ਸੁ ਨਾਮੇ ਸੰਖ ਸੁਭਨ। ਪੰਚ ਜਨ ਨਾਂ ਦਾ ਸ਼ੁਭ ਸੰਖ ਸੋਮਲਤਾ ਭੰਗ ਬਿਜਿਆ। ਸਸ ਬੇਲ ਬਿਜਿਆ ਅਰ ਚੱਕਰ ਗਦਾ। ਸੁਦਰਸ਼ਨ ਚੱਕਰ ਅਤੇ ਗਦਾ। ਯੁਵਰਾਜ ਬਿਰਾਜਤ ਪਾਨ ਸਦਾ। ਜੋ ਯੁਵਰਾਜਾ ਦੇ ਹੱਥ ਵਿੱਚ ਸਦਾ ਸ਼ੋਭਦੇ ਹਨ।
ਤਨ ਸਾਰੰਗ ਨੰਦਕ ਖਗ ਖੰਡਣ। ਤਨ ਸਾਰੰਗ ਨੰਦਕ ਖਗ ਪਣਨ। ਫਿਰ ਸਾਰੰਗ ਧਨੁਸ਼ ਅਤੇ ਨੰਦਕ ਖੜਗ ਨਿਕਲੇ। ਜਿਨ ਖੰਡੀ ਕਰੇ ਗਨ ਦਇਤ ਰਣਨ। ਜਿਨ੍ਹਾਂ ਨੇ ਜੰਗ ਵਿੱਚ ਦੈਂਤਾਂ ਦੇ ਦਲ ਦਾ ਨਾਸ਼ ਕੀਤਾ ਸੀ। ਸਿਵਸੂਲ ਬੜਵਾਨਲ ਕਪਿਲ ਮੁਨਨ। ਇਸ ਪਿੱਛੋਂ ਸ਼ਿਵ ਦਾ ਤ੍ਰਿਸ਼ੂਲ, ਬੜਵਾ ਅਗਨੀ, ਕਪਿਲ ਮੁਨੀ ਤੇ ਤਨੰਤਰ 1400 ਰਤਨਨ ਅਤੇ ਤਨਵੰਤਰ ਪ੍ਰਗਟ ਹੋਏ। ਇਹ 14 ਰਤਨ ਹਨ। ਗਨ ਰਤਨ ਉਪਰਤਨ ਔ ਤਾਂਤ ਗਨੋ। ਰਤਨ ਅਤੇ ਉਪਰਤਨ ਗਿਣ ਕੇ ਹੁਣ ਤਾਂਤਾਂ ਗਿਣਦਾ ਹਾਂ। ਕਹਿ ਤਾਂਤ ਸਭੇ ਉਪਤਾਤ ਪਨੋ। ਸਾਰੀਆਂ ਤਾਂਤਾਂ ਕਹਿ ਕੇ ਫਿਰ ਉਪਤਾਤਾਂ ਕਹਾਂਗਾ। ਸਭ ਨਾਮ ਜਥਾਮਤ ਸਿਆਮ ਤਰੋ। ਆਪਣੀ ਬੁੱਧੀ ਅਨੁਸਾਰ ਸ਼ਿਆਮ ਕਵੀ ਉਹਨਾਂ ਸਭਨਾਂ ਦੇ ਨਾਮ ਧਰਦਾ ਹੈ। ਕਟ ਜਾਣ ਕਵੀ ਜਿਨ ਨਿੰਦ ਕਰੋ। ਇਹਨਾਂ ਨੂੰ ਕਟ ਜਾਣ ਕੇ ਕਵੀ ਜਨ ਨਿੰਦਾ ਨਾ ਕਰਨ। ਪ੍ਰਥਮੋ ਗਨ ਲੋਹ ਸਿਕਾ ਸ੍ਰਵਣਨ। ਪਹਿਲਾਂ ਲੋਹਾ ਗਿਣੋ, ਫਿਰ ਸਿੱਕਾ ਅਤੇ ਸੋਨਾ। ਚਤੁਰਥ ਪਨ ਤਾਤ ਸਿਤਨ ਰੁਕਮਨ। ਅਤੇ ਚੌਥੀ ਤਾਂਤ ਚਿੱਟੇ ਰੰਗ ਦੀ ਚਾਂਦੀ ਕਹਿੰਦਾ ਹਾਂ। ਬਹੁਰੋ ਕਥ ਤਾਬਰ ਕਲੀ ਪਿੱਤਰਨ। ਫਿਰ ਤਾਂਬਾ, ਕਲੀ ਅਤੇ ਪਿੱਤਲ ਕਹਿੰਦਾ ਹਾਂ। ਕਤ ਅਸ਼ਟਮ ਜਿਸਤ ਹੈ ਤਾਤ ਤਰਨ। 8ਵੀਂ ਤਾਂਤ ਦਾ ਨਾਂ ਜਿਸਤ ਤਰਿਆ ਜਾਂਦਾ ਹੈ। ਉਪਤਾਤ ਕਥਨਨ। ਉਪਤਾਤਾ ਕਥਨ। ਟੋਟਕ ਛੰਦ। ਸੁਰਮਨ ਸਿੰਗਰਫ ਹਲਤਾਲ ਗਣਨ। ਸੁਰਮਾ, ਸ਼ਿੰਗਰਫ, ਹੜਤਾਲ 3 ਉਪਤਾਂਤਾਂ ਗਿਣੀਆਂ ਜਾਂਦੀਆਂ ਹਨ। ਚਤੁਰਥ ਤਹਿ ਸਿੰਬਲਖਾਰ ਪਣਨ। ਅਤੇ ਚੌਥੀ ਸਿੰਬਲਖਾਰ ਮੰਨੀ ਜਾਂਦੀ ਹੈ। ਮ੍ਰਿਤ ਸੰਖ ਮਨਾਸਿਲ ਅਭ੍ਰਕਯਨ। ਮੁਰਦਾ ਸੰਖ ਮੁਨਸ਼ਿਲ ਅਭ੍ਰਕ। ਪਨ ਅਸ਼ਟਮ ਲੋਣ ਰਸਨ ਲਵਣਨ। ਪਨ ਅਸ਼ਟਮ ਲੋਣ ਰਸਨਨ ਲਵਣਨ। ਅਤੇ 8ਵੀਂ ਖਾਰੇ ਰਸ ਵਾਲਾ ਲੂਣ ਕਹੀ ਜਾਂਦੀ ਹੈ। ਦੋਹਰਾ। ਤਾਤੂ ਉਪਤਾਤ ਜਥਾ ਸਖਤ ਸੋਹਨ ਕਹੀ ਬਨਾਏ। 8 ਤਾਤਾਂ ਅਤੇ 8 ਉਪਤਾਤਾਂ ਸਮਰੱਥਾ ਅਨੁਸਾਰ ਕਹੀਆਂ ਹਨ। ਖਾਨਨ ਮਹਿ ਵੀ ਹੋਤ ਹੈ ਕੋਈ ਕਹੂੰ ਕਮਾਏ। ਇਹ ਖਾਣਾ ਵਿੱਚ ਹੀ ਹੁੰਦੀਆਂ ਹਨ, ਭਾਵੇਂ ਕੋਈ ਕਿਤੋਂ ਹੀ ਪ੍ਰਾਪਤ ਕਰ ਲਵੇ। ਚੌਪਈ। ਰਤਨ ਉਪਰਤਨ ਨਿਕਾਸੇ ਤਬਹੀਂ। ਰਤਨ ਅਤੇ ਉਪਰਤਨ ਜਦੋਂ ਨਿਕਲੇ ਤਦੋਂ ਹੀ ਤਾਤ ਉਪਤਾਤ ਦਿਰਬ ਮੋਹ ਸਭ ਹੀ। ਤਾਂਤਾਂ ਅਤੇ ਉਪਤਾਂਤਾਂ ਆਦਿ ਸਾਰੇ ਪਦਾਰਥ ਪੈਦਾ ਹੋਏ। ਤਾਂਤਾਂ ਮੀਨਸ ਤਾਂਤਾਂ ਅਤੇ ਉਪਤਾਂਤਾਂ ਮੀਨਸ ਮੇਜਰ ਐਂਡ ਮਾਈਨਰ ਮੈਟਲਸ। ਤਹਿ ਤਬ ਹੀ ਬਿਸਨਹਿ ਹਿਰ ਲਿਓ। ਉਹ ਸਭ ਤਦੋਂ ਹੀ ਵਿਸ਼ਨੂੰ ਨੇ ਉਠਾ ਲਏ। ਅਵਰਨ ਬਾਟ ਅਵਰ ਨਹਿ ਦਇਓ। ਇਕੱਨਾਂ ਦੇਵਤਿਆਂ ਨੂੰ ਵੰਡ ਦਿੱਤੇ ਅਤੇ ਹੋਰਨਾਂ ਦੈਂਤਾਂ ਨੂੰ ਕੁਛ ਨਾ ਦਿੱਤਾ। ਸਾਰੰਗ ਸਰ ਅਸ ਚੱਕਰ ਗਦਾ ਲਏ। ਸਾਰੰਗ ਧਨੁਸ਼, ਬਾਣ, ਨਦੰਗ, ਖੜਗ, ਸੁਦਰਸ਼ਨ ਚੱਕਰ ਅਤੇ ਗਦਾ ਵਿਸ਼ਨੂੰ ਨੇ ਆਪ ਰੱਖ ਲਏ।
ਪਾਚਾ ਮਰਲੈ ਨਾਦ ਅਧਿਕ ਕੀਏ, ਅਤੇ ਪੰਚ ਜਨ ਸੰਖ ਆਪਣੇ ਹੱਥ ਵਿੱਚ ਲੈ ਕੇ ਜ਼ੋਰਦਾਰ ਨਾਦ ਕੀਤਾ। ਸੂਲ ਪਿਨਾਕ ਬਿਸਹ ਕਰ ਲੀਨਾ, ਫਿਰ ਹੱਸ ਕੇ ਪਿਨਾਕ ਨਾਂ ਦਾ ਤ੍ਰਿਸ਼ੂਲ ਹੱਥ ਵਿੱਚ ਫੜ ਲਿਆ। ਸੋਲ ਮਹਾਦੇਵ ਕਉ ਦੀਨਾ, ਜੋ ਮਹਾਦੇਵ ਨੂੰ ਦੇ ਦਿੱਤਾ। ਭੁਜੰਗ ਪ੍ਰਿਆਚੰਦ। ਦਿਓ ਇੰਦਰ ਐਰਾਵੰਤ ਬਾਜ ਸੂਰਨ, ਇੰਦਰ ਨੂੰ ਐਰਾਵਤ ਹਾਥੀ ਅਤੇ ਸੂਰਜ ਨੂੰ ਉੱਚਸਰਵਾ ਘੋੜਾ ਦਿੱਤਾ। ਉਠੇ ਦੇਹ ਦਾਨੋ ਜੁਦਨ ਲੋਹ ਪੂਰਨ, ਇਹ ਪੱਖਪਾਤ ਵੇਖ ਕੇ ਦੈਂਤ ਸ਼ਸਤਰ ਲੈ ਕੇ ਯੁੱਧ ਲਈ ਉੱਠ ਖੜੋਤੇ। ਅਨੀ ਦਾਨ ਵੀ ਦੇਖ ਉੱਠ ਅਪਾਰਨ, ਉਹਨਾਂ ਨੂੰ ਉੱਠਿਆ ਵੇਖ ਕੇ ਦੈਂਤਾਂ ਦੀ ਅਪਾਰ ਫੌਜ ਵੀ ਉੱਠ ਖੜੋਤੀ। ਤਬੇ ਬਿਸਨ ਜੂ ਚਿੱਤ ਕੀਨ ਵਿਚਾਰਨ, ਤਦੋਂ ਵਿਸ਼ਨੂੰ ਨੇ ਚਿੱਤ ਵਿੱਚ ਵਿਚਾਰ ਕੀਤਾ। ਅਥ ਨਰ ਨਾਰਾਇਣ ਅਵਤਾਰ ਕਥਨਨ, ਹੁਣ ਨਰ ਨਾਰਾਇਣ ਅਵਤਾਰ ਦਾ ਕਥਨ। ਭੁਜੰਗ ਪ੍ਰਯਾਤ ਛੰਦ। ਨਰ ਔਰ ਨਾਰਾਇਣਨ ਰੂਪ ਧਾਰੀ, ਵਿਸ਼ਨੂੰ ਨਰ ਅਤੇ ਨਾਰਾਇਣ ਰੂਪ ਧਾਰ ਕੇ ਪਇਓ ਸਾਮੋਹੇ ਸ਼ਸਤਰ ਅਸਤਰਨ ਸੰਭਾਰੀ, ਅਤੇ ਅਸਤਰ ਸ਼ਸਤਰ ਸੰਭਾਲ ਕੇ ਦੈਂਤਾਂ ਦੀ ਸੈਨਾ ਦੇ ਸਾਹਮਣੇ ਹੋਇਆ। ਪਟਨ ਐਠ ਫੈਂਟੇ ਭੁਜਨ ਠੋਕ ਪੂਪੰ, ਸੂਰਵੀਰਾਂ ਨੇ ਪਟਕੇ ਕੱਸ ਲਏ, ਕਮਰ ਕਸੇ ਕਰ ਲਏ, ਅਤੇ ਰਾਜਿਆਂ ਨੇ ਆਪਣੀਆਂ ਭੁਜਾਵਾਂ ਠੋਕ ਲਈਆਂ। ਬਜੇ ਸੂਲ ਸੇਲਨ ਪਏ ਆਪ ਰੂਪਨ, ਤ੍ਰਿਸ਼ੂਲ ਅਤੇ ਬਰਛੇ ਆਪਸ ਵਿੱਚ ਖੜਕਣ ਲੱਗੇ, ਅਤੇ ਸਾਰੇ ਸੈਨਿਕ ਤਿਆਰ ਬਰ ਤਿਆਰ ਆਪ ਰੂਪਨ ਹੋ ਗਏ। ਪਰਿਓ ਆਪ ਮੋਹ ਲੋਹ ਕ੍ਰੋਹਨ ਅਪਾਰਨ, ਬਹੁਤ ਕ੍ਰੋਧ ਨਾਲ ਆਪਸ ਵਿੱਚ ਸ਼ਸਤਰਾਂ ਨਾਲ ਯੁੱਧ ਹੋਇਆ। ਤਰਿਓ ਐਸ ਕੈ ਬਿਸਨ ਤ੍ਰਿਤੀਆ ਅਵਤਾਰਨ, ਇਸ ਮੌਕੇ ਵਿਸ਼ਨੂੰ ਨੇ ਤੀਜਾ ਅਵਤਾਰ ਧਾਰਿਆ। ਨਰਨ ਏਕ ਨਾਰਾਇਣਨ ਦੁਏ ਸਰੂਪਨ, ਇੱਕ ਨਰ ਅਤੇ ਦੂਜਾ ਨਾਰਾਇਣ ਰੂਪ ਸੀ। ਦਿਪੇ ਜੋਤ ਸੌਦਰ ਜੋ ਤਾਰੇ ਅਨੂਪਨ, ਉਹਨਾਂ ਨੇ ਜੋ ਅਨੂਪਮ ਸੌਂਦਰਯ ਧਾਰਨ ਕੀਤਾ ਹੋਇਆ ਸੀ, ਉਸ ਦੀ ਜੋਤ ਪ੍ਰਕਾਸ਼ਮਾਨ ਸੀ। ਉਠੇ ਟੂਕ ਕੋਪਨ ਗੁਰਜਨ ਪ੍ਰਹਾਰੇ, ਸੂਰਮੇ ਉੱਠ ਕੇ ਗੁਰਜਾਂ ਦੀ ਮਾਰ ਨਾਲ ਸਿਰਾਂ ਦੇ ਲੋਹੇ ਦੇ ਟੋਪਾਂ ਨੂੰ ਟੋਟੇ ਟੋਟੇ ਕਰ ਰਹੇ ਸਨ। ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ, ਜੰਗ ਦੇ ਜੁਝਾਰੂ ਯੋਧੇ ਯੁੱਧ ਵਿੱਚ ਜੁਟੇ ਹੋਏ ਸਨ। ਉਡੀ ਧੂਰ ਪੂਰਨ ਛੁਹੀ ਐਨ ਗੈਨਨ, ਉਹਨਾਂ ਦੇ ਯੁੱਧ ਕਰਦਿਆਂ ਜੋ ਧੂੜ ਉੱਡੀ, ਉਹ ਸਾਰੇ ਆਕਾਸ਼ ਵਿੱਚ ਛਾ ਗਈ। ਡਿਗੇ ਦੇਵਤਾ ਦੈਤ ਕੰਪਿਓ ਤ੍ਰਿਨੈਨਨ, ਦੇਵਤੇ ਅਤੇ ਦੈਂਤਨ ਯੁੱਧ ਭੂਮੀ ਵਿੱਚ ਡਿੱਗਣ ਲੱਗੇ, ਅਤੇ ਸ਼ਿਵ ਵੀ ਕੰਬਣ ਲੱਗਿਆ। ਗਿਰੇ ਬੀਰ ਏਕਨ ਅਨੇਕਨ ਪ੍ਰਕਾਰਨ, ਇੱਕ ਇੱਕ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ ਵੀਰ ਡਿੱਗ ਰਹੇ ਸਨ। ਸੁਬੇ ਜੰਗ ਮੋ ਜੰਗ ਜੋਧਾ ਜੁਝਾਰਨ, ਜੁਝਾਰੂ ਯੋਧੇ ਜੰਗ ਵਿੱਚ ਜੁਟੇ ਹੋਏ ਸ਼ੋਭ ਰਹੇ ਸਨ। ਪਰੀ ਤਚ ਮੁੰਛਨ ਸਭੇ ਅੰਗ ਪੰਗਨ,
ਯੋਧਿਆਂ ਦੀਆਂ ਲਾਸ਼ਾਂ ਵੱਡੀਆਂ ਟੁਕੀਆਂ ਅਤੇ ਅੰਗ-ਭੰਗ ਹੋਈਆਂ ਪਈਆਂ ਸਨ। ਮਨੋ ਪਾਨ ਕੇ ਭੰਗ ਪੌੜੇ ਮਲੰਗਨ। ਇੰਜ ਪ੍ਰਤੀਤ ਹੋ ਰਿਹਾ ਸੀ ਮਾਨੋ ਭੰਗ ਪੀ ਕੇ ਮਲੰਗ ਸੁੱਤੇ ਪਏ ਹੋਣ। ਦਿਸਾ ਮਉ ਨ ਆਏ ਅਨੀ ਦੈਂਤ ਰਾਜਨ। ਦੈਂਤ ਰਾਜੇ ਦੀ ਸੈਨਾ ਦਿਸਣ ਵਿੱਚ ਨਹੀਂ ਆਈ, ਅਰਥਾਤ ਭੱਜ ਗਈ। ਭਜੇ ਸਰਬ ਦੇਵਨ ਤਜੇ ਸਰਬ ਸਾਜਨ। ਉਧਰ ਦੇਵਤੇ ਵੀ ਸਾਰਾ ਸਾਜ ਸਮਾਨ ਛੱਡ ਕੇ ਭੱਜ ਗਏ। ਗਿਰੇ ਸੰਜ ਪੁੰਜ ਸਿਰਨ ਬਾਹੋ ਬੀਰਨ। ਯੁੱਧ ਭੂਮੀ ਵਿੱਚ ਬਹੁਤ ਸਾਰੇ ਸੂਰਵੀਰਾਂ ਦੇ ਸਿਰ, ਬਾਹਾਂ ਅਤੇ ਕਵਚਾਂ ਦੇ ਝੁੰਡ ਡਿੱਗੇ ਪਏ ਸਨ। ਸੁਬੇ ਬਾਨ ਜੀਓ ਚੇਤ ਪੋਹਪਨ ਕਰੀਰਨ। ਬਾਣ ਕਵਚਾਂ ਵਿੱਚ ਇੰਜ ਸ਼ੋਭ ਰਹੇ ਸਨ ਜਿਵੇਂ ਚੇਤਰ ਦੇ ਮਹੀਨੇ ਵਿੱਚ ਕਰੀਰਾਂ ਨੂੰ ਫੁੱਲ ਲੱਗੇ ਹੁੰਦੇ ਹਨ। ਜਬੇ ਜੰਗ ਹਾਰਿਓ ਕੀਓ ਬਿਸਨ ਮੰਤਰਨ। ਜਦੋਂ ਦੋਹਾਂ ਧਿਰਾਂ ਨੇ ਇਸ ਤਰ੍ਹਾਂ ਯੁੱਧ ਵਿੱਚ ਹਾਰ ਖਾ ਲਈ, ਪਇਓ ਅੰਤਰ ਧਿਆਨਨ ਕਰਿਓ ਜਾਨ ਤੰਤਨ। ਤਦੋਂ ਵਿਸ਼ਨੂੰ ਨੇ ਵਿਚਾਰ ਕੀਤਾ ਅਤੇ ਅੰਤਰ ਧਿਆਨ ਹੋ ਗਿਆ ਮਾਨੋ ਉਸਨੇ ਕੋਈ ਤੰਤਰ ਕੀਤਾ ਹੋਵੇ। ਮਹਾਮੋਹਿਨੀ ਰੂਪ ਧਾਰਿਓ ਅਨੂਪਨ। ਫਿਰ ਮਹਾਮੋਹਨੀ ਦਾ ਅਨੂਪਮ ਰੂਪ ਧਾਰਨ ਕੀਤਾ। ਛਕੇ ਦੇਖ ਦੋਊ ਦਿਤਿਆਦਿਤ ਭੂਪਨ। ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤੇ ਰਾਜੇ ਬਹੁਤ ਪ੍ਰਸੰਨ ਹੋਏ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਨਨ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦਾ ਨਰ ਤੀਜਾ ਅਤੇ ਨਾਰਾਇਣ ਚੌਥਾ ਅਵਤਾਰ ਵਰਣਨ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਹਦਾ ਭਾਵਾਰਥ ਜੋ ਸ਼੍ਰੀ ਪੰਡਿਤ ਨਾਰਾਇਣ ਸਿੰਘ ਜੀ ਨੇ ਕੀਤਾ ਹੈ ਉਹ ਸ਼ਰਵਣ ਕਰੀਏ। ਕੱਛਪ ਰੂਪ ਹੋ ਕੇ ਜਦ ਵਿਸ਼ਨੂੰ ਜੀ ਨੇ ਮੰਦਰਾਚਲ ਨੂੰ ਥੰਮ ਲਿਆ ਤਾਂ ਦੇਵਤੇ ਅਤੇ ਦੈਂਤ ਉਸ ਨੂੰ ਰਿੜਕਣ ਲੱਗੇ। ਉਹਨਾਂ ਦੇ ਰਿੜਕਣ ਨਾਲ 14 ਰਤਨ, ਧਨੁਖ, ਸ਼ਰਾਬ, ਹਾਥੀ, ਘੋੜਾ, ਅੰਮ੍ਰਿਤ, ਲੱਛਮੀ, ਕਲਪ ਬ੍ਰਿਛ, ਕਾਲਕੂਟ, ਰੰਭਾ, ਕੌਸਤਕ ਮਨੀ, ਚੰਦਰਮਾ, ਕਾਮਧੇਨ ਅਤੇ ਤਨੰਤਰ ਨਿਕਲੇ। ਇਸ ਤੋਂ ਉਪਰੰਤ ਜੋਕ, ਹਰੜ, ਹਕੀਕ, ਸ਼ਹਿਦ, ਸੰਖ, ਸੋਮਲਤਾ, ਭੋਗ, ਚੱਕਰ, ਗਦਾ, ਸਾਰੰਗ, ਤਨੁਖ, ਨੰਦਕ, ਖੜਗ, ਪਿਨਾਕ ਅਤੇ ਤ੍ਰਿਸ਼ੂਲ ਬਰਾਮਦ ਹੋਏ। ਇਸ ਦੇ ਨਾਲ ਹੀ 8 ਧਾਤਾਂ ਸੋਨਾ, ਚਾਂਦੀ, ਤਾਂਬਾ, ਕਲੀ, ਪਿੱਤਲ, ਲੋਹਾ, ਸਿੱਕਾ ਅਤੇ ਜਿਸ ਵੀ ਪ੍ਰਾਪਤ ਹੋਏ। ਉਪ ਧਾਤਾਂ ਵਿੱਚ ਸੁਰਮਾ, ਸਿੰਗਰਵ, ਹੜਤਾਲ, ਸਿਮਲਖਾਰ, ਮੁਰਦਾ ਸੰਖ, ਮਨਸਿਲ, ਅਪਰਕ ਅਤੇ ਲੂਣ ਆਦਿ ਪਦਾਰਥ ਨਿਕਲੇ, ਜਿਨ੍ਹਾਂ ਦੇ ਵੰਡਣ ਲਈ ਵਿਸ਼ਨੂੰ ਜੀ ਤਿਆਰ ਹੋਏ। ਪਰ ਦੈਂਤਾਂ ਨੂੰ ਉਹਨਾਂ ਦੇ ਵੰਡ ਮਨਜ਼ੂਰ ਨਾ ਹੋਈ, ਇਸ ਲਈ ਉਹ ਜੰਗ ਲਈ ਤਿਆਰ ਹੋ ਗਏ। ਦੈਂਤਾਂ ਨੇ ਯੁੱਧ ਲਈ ਤਿਆਰ ਹੁੰਦਿਆਂ ਵੇਖ ਕੇ ਵਿਸ਼ਨੂੰ ਜੀ ਨੇ ਬਹੁਤ ਸਮਝਾਇਆ, ਪਰ ਉਹ ਨਾ ਸਮਝੇ ਤਾਂ ਉਹਨਾਂ ਨੂੰ ਠੀਕ ਕਰਨ ਲਈ ਆਪ ਨੇ ਨਰ ਤੇ ਨਾਰਾਇਣ ਨਾਮ ਦਾ ਅਵਤਾਰ ਧਾਰਨ ਕੀਤਾ। ਇਹ ਜੰਗ ਬੜੇ ਜ਼ੋਰ ਸ਼ੋਰ ਨਾਲ ਹੋਇਆ, ਪਰ ਫਲ ਕੁਛ ਨਾ ਨਿਕਲਿਆ। ਆਪੋ ਆਪਣੀ ਥਾਂ ਤੇ ਦੋਵੇਂ ਹਾਰ ਗਏ। ਦੇਵਤੇ ਦੈਂਤਾਂ ਨੂੰ ਜਿੱਤਿਆ ਸਮਝ ਕੇ ਨੱਸ ਗਏ ਅਤੇ ਦੈਂਤ ਦੇਵਤਿਆਂ ਦੀ ਫਤਿਹ ਜਾਣ ਕੇ ਦੌੜ ਗਏ। ਉਹ ਪਦਾਰਥ ਜਿਨ੍ਹਾਂ ਦੀ ਖਾਤਰ ਝਗੜਾ ਹੋਇਆ ਸੀ ਉਸੇ ਤਰ੍ਹਾਂ ਹੀ ਪਏ ਰਹੇ ਤਾਂ ਵਿਸ਼ਨੂੰ ਜੀ ਨੇ ਉਹਨਾਂ ਦੀ ਵੰਡ ਕਰਨ ਲਈ ਮਹਾਮੋਹਨੀ ਅਵਤਾਰ ਧਾਰਨ ਕੀਤਾ, ਜਿਸ ਦੇ ਸੁੰਦਰ ਰੂਪ ਨੂੰ ਵੇਖ ਕੇ ਦੋਵੇਂ ਧਿਰਾਂ ਦੇ ਸੁੱਧ ਬੁੱਧ ਭੁਲਾ ਬੈਠੇ।
ਤੇ ਮਿੱਟੀ ਦੇ ਬਾਵੇਂ ਬਣ ਕੇ ਕਤਾਰਾਂ ਬਣਾ ਕੇ ਬੈਠ ਗਏ। ਮੋਹਣੀ ਨੇ ਜੋ ਕੁਝ ਕਿਸੇ ਨੂੰ ਦੇ ਦਿੱਤਾ, ਉਸਨੇ ਉਸੇ ਨੂੰ ਪ੍ਰਾਪਤ ਕਰਕੇ ਆਪਣੇ ਚੰਗੇ ਭਾਗ ਜਾਣੇ। ਅਜਿਹੀ ਚਾਲ ਨਾਲ ਹੀ ਮੋਹਣੀ ਨੇ ਅੰਮ੍ਰਿਤ ਦੇਵਤਿਆਂ ਨੂੰ ਤੇ ਸ਼ਰਾਬ ਦੈਂਤਾਂ ਨੂੰ ਦੇ ਦਿੱਤੀ ਸੀ। ਸਕੰਦ ਪੁਰਾਣ ਵਿੱਚ ਲਿਖਿਆ ਹੈ ਕਿ ਜਦ ਦੇਵਤਿਆਂ ਦੇ ਦੈਂਤਾਂ ਨੇ ਸਮੁੰਦਰ ਰਿੜਕਿਆ ਤਾਂ ਅੰਮ੍ਰਿਤ ਦਾ ਕੁੰਭ ਘੜਾ ਲੈ ਕੇ ਧਨੰਤਰ ਉਸ ਵਿੱਚੋਂ ਨਿਕਲਿਆ। ਧਨੰਤਰੀ ਨੇ ਅੰਮ੍ਰਿਤ ਦਾ ਕਲਸ਼ ਇੰਦਰ ਨੂੰ ਦਿੱਤਾ। ਇੰਦਰ ਨੇ ਆਪਣੇ ਪੁੱਤਰ ਜਯੰਤ ਨੂੰ ਦੇ ਕੇ ਹੁਕਮ ਦਿੱਤਾ ਕਿ ਇਹ ਅੰਮ੍ਰਿਤ ਕੁੰਭ ਸਵਰਗ ਵਿੱਚ ਲੈ ਜਾਓ। ਦੈਂਤ ਗੁਰੂ ਸ਼ੁਕਰ ਨੇ ਦੈਂਤਾਂ ਨੂੰ ਭੜਕਾ ਦਿੱਤਾ। ਬਸ ਦੈਂਤ ਅੰਮ੍ਰਿਤ ਦਾ ਘੜਾ ਖੋਹਣ ਲਈ ਤਿਆਰ ਹੋ ਗਏ। ਯੁੱਧ ਹੋਣ ਲੱਗ ਗਿਆ। 12 ਦਿਨਾਂ ਤੱਕ ਘੋਰ ਯੁੱਧ ਹੋਇਆ। ਉਸ ਜੰਗ ਵਿੱਚ ਅੰਮ੍ਰਿਤ ਕੁੰਭ ਦੀ ਖੋਹਾ-ਖੋਹੀ ਵੇਲੇ ਉਸ ਵਿੱਚੋਂ 4 ਜਗ੍ਹਾ ਹਰਿਦੁਆਰ, ਪ੍ਰਯਾਗ, ਨਾਸਿਕ ਤੇ ਉਜੈਨ ਉੱਤੇ ਅੰਮ੍ਰਿਤ ਡੁੱਲਿਆ। ਇਸ ਲਈ 4 ਜਗ੍ਹਾ ਤੇ ਕੁੰਭ ਨਾਮ ਦਾ ਮੇਲਾ ਹੁੰਦਾ ਹੈ, ਕਿਉਂਕਿ ਦੇਵਤਿਆਂ ਦੇ 12 ਦਿਨਾਂ ਦੇ ਸਮਾਨ ਹੀ ਮਨੁੱਖਾਂ ਦੇ 12 ਵਰ੍ਹੇ ਹਨ। ਇਸ ਕਾਰਨ ਕਰਕੇ 12 ਵਰ੍ਹਿਆਂ ਪਿੱਛੋਂ ਕੁੰਭ ਪੂਰਬ ਹੋਇਆ ਕਰਦਾ ਹੈ। ਇਸ ਖੋਹਾ-ਖੋਹੀ ਦੀ ਲੜਾਈ ਮਿਟਦੀ ਨਾ ਵੇਖ ਕੇ ਵਿਸ਼ਨੂੰ ਨੇ ਮੋਹਿਨੀ ਅਵਤਾਰ ਧਾਰਨ ਕੀਤਾ, ਜਿਸ ਦੇ ਰੂਪ ਨੂੰ ਵੇਖ ਕੇ ਦੈਂਤਾਂ ਦੀਆਂ 7 ਸੁਧਾਂ ਭੁੱਲ ਗਈਆਂ। ਉਹਨਾਂ ਨੇ ਮੋਹਿਨੀ ਨੂੰ ਹੀ ਅੰਮ੍ਰਿਤ ਵੰਡ ਕੇ ਪਿਆ ਦੇਣ ਦੀ ਦਰਖਾਸਤ ਕੀਤੀ। ਮੋਹਿਨੀ ਨੇ ਝਟ ਹੀ ਅੰਮ੍ਰਿਤ ਤੇ ਸ਼ਰਾਬ ਦੇ ਕਲਸ਼ ਭਰ ਲਏ ਅਤੇ ਦੇਵਤੇ ਦਾ ਰੂਪ ਧਾਰ ਕੇ ਅੰਮ੍ਰਿਤ ਪੀ ਲਿਆ। ਤਾਂ ਸੂਰਜ ਅਤੇ ਚੰਦਰਮਾ ਨੇ ਵਿਸ਼ਨੂੰ ਨੂੰ ਇਸ਼ਾਰਾ ਕੀਤਾ ਕਿ ਇਹ ਕਪਟ ਵੇਸ਼ਧਾਰੀ ਦੇਵਤਾ ਨਹੀਂ ਹੈ, ਅਸਲ ਵਿੱਚ ਇਹ ਦੈਂਤ ਹੈ। ਵਿਸ਼ਨੂੰ ਨੇ ਸੁਦਰਸ਼ਨ ਚੱਕਰ ਨਾਲ ਰਾਹੂ ਦਾ ਸਿਰ ਉਡਾ ਦਿੱਤਾ। ਉਹ ਸਿਰ ਕੱਟੇ ਜਾਣ ਪਰ ਵੀ ਜ਼ਿੰਦਾ ਰਿਹਾ, ਪਰ ਉਸ ਨੇ ਸੂਰਜ ਚੰਦਰਮਾ ਨਾਲ ਵੈਰ ਬੰਨ੍ਹ ਲਿਆ। ਇਸ ਲਈ ਹਿੰਦੂ ਖਿਆਲਾਂ ਦੇ ਆਦਮੀ ਕਿਹਾ ਕਰਦੇ ਹਨ ਕਿ ਉਹ ਰਾਹੂ ਹੀ ਰਾਹੂ ਤੇ ਕੇਤੂ ਹੋ ਕੇ ਸੂਰਜ ਤੇ ਚੰਦਰਮਾ ਨੂੰ ਗ੍ਰਹਿਣ ਰੂਪ ਹੋ ਕੇ ਚੰਬੜਿਆ ਕਰਦਾ ਹੈ। ਨਰ ਤੇ ਨਾਰਾਇਣ ਦੋਵੇਂ ਧਰਮ ਦੇ ਪੁੱਤਰ ਸਨ। ਇਹਨਾਂ ਦੋਹਾਂ ਭਾਈਆਂ ਦੇ ਨਾਮ ਕ੍ਰਿਸ਼ਨ ਅਤੇ ਹਰੀ ਸਨ। ਨਰ ਤੇ ਨਾਰਾਇਣ ਜੰਗ ਤੋਂ ਉਪਰਾਮ ਹੋ ਕੇ ਗੰਧਮਾਦਨ ਪਰਬਤ ਤੇ ਜਾ ਕੇ ਘੋਰ ਤਪੱਸਿਆ ਕਰਨ ਲੱਗ ਪਏ। ਮਾਦਨ ਹਿਮਾਲਿਆ ਦਾ ਇੱਕ ਹਿੱਸਾ ਹੈ। ਨਰ ਨਾਰਾਇਣ ਦੀ ਤਪੱਸਿਆ ਵੇਖ ਕੇ ਨਾਰਦ ਨੂੰ ਭਰਮ ਹੋ ਗਿਆ ਕਿ ਇਹ ਕਿਸ ਦੀ ਆਰਾਧਨਾ ਕਰਦੇ ਹਨ ਅਤੇ ਇਹਨਾਂ ਦੀ ਆਰਾਧਨਾ ਦਾ ਕੀ ਮਨੋਰਥ ਹੈ। ਇਸ ਭਰਮ ਵਸ ਹੋ ਕੇ ਆਪਣੇ ਸ਼ੱਕ ਨੂੰ ਦੂਰ ਕਰਨ ਦੇ ਵਾਸਤੇ ਨਾਰਦ ਜੀ ਨੇ ਉਹਨਾਂ ਤੋਂ ਪੁੱਛਿਆ। ਤਦ ਉਹਨਾਂ ਨੇ ਉੱਤਰ ਦਿੱਤਾ, ਸਾਡਾ ਵੀ ਇੱਕ ਮੂਲ ਪੁਰਖ ਹੈ। ਅਸੀਂ ਉਸੇ ਦਾ ਧਿਆਨ ਕਰਦੇ ਹਾਂ ਜੋ ਸਾਰੇ ਜੀਵਾਂ ਦਾ ਅੰਤਰਾਤਮਾ ਹੈ, ਅਵਿਅਕਤ, ਅਚਲ ਅਤੇ ਸਨਾਤਨ ਹੈ ਅਤੇ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਹਾਨ ਸਰੂਪ ਹੈ। ਨਰ ਅਤੇ ਨਾਰਾਇਣ ਨਾਮ ਦੇ ਰਿਖੀ ਸਨ, ਜੋ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ। ਕਹਿੰਦੇ ਹਨ ਇਹ ਦੋਵੇਂ ਭਾਈ ਸਨ ਅਤੇ ਨਾਰਾਇਣ ਇਹਨਾਂ ਵਿੱਚੋਂ ਵੱਡਾ ਸੀ। ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦੋਂ ਨਰ ਤੇ ਨਾਰਾਇਣ ਗੰਧਮਾਦਨ ਪਰਬਤ ਤੇ ਤਪੱਸਿਆ ਕਰ ਰਹੇ ਸਨ, ਉਸ ਵੇਲੇ ਦਖਯ ਦਾ ਯੱਗ ਹੋ ਰਿਹਾ ਸੀ। ਉਸ ਯੱਗ ਵਿੱਚ ਦਖਯ ਨੇ ਰੁਦਰ ਦੇ ਭਾਗ ਦੀ ਕਲਪਨਾ ਨਹੀਂ ਕੀਤੀ ਸੀ, ਜਿਸ ਕਰਕੇ ਕ੍ਰੋਧਵਾਨ ਹੋ ਕੇ ਦਖਯ ਦਾ ਯੱਗ ਨਸ਼ਟ ਕਰਨ ਦੇ ਵਾਸਤੇ ਰੁਦਰ ਨੇ ਇੱਕ ਤ੍ਰਿਸ਼ੂਲ ਸੁੱਟਿਆ ਸੀ। ਉਹ ਤ੍ਰਿਸ਼ੂਲ ਯੱਗ ਨਸ਼ਟ ਕਰਨ ਦੇ ਮਗਰੋਂ ਜਾ ਕੇ ਵੱਡੇ ਜ਼ੋਰ ਨਾਲ ਨਾਰਾਇਣ ਦੀ ਵੱਖੀ ਤੇ ਜਾ ਡਿੱਗਾ ਅਤੇ ਉਸ ਵੇਲੇ ਨਾਰਾਇਣ ਦੇ ਹੁੰਗਾਰੇ ਤੋਂ ਹਾਰ ਕੇ ਅਤੇ ਖੁੰਡਾ ਹੋ ਕੇ ਫਿਰ ਸ਼ੰਕਰ ਦੇ ਹੱਥ ਵਿੱਚ ਜਾ ਪੁੰਜਾ।
ਇਸ ਕਰਕੇ ਰੁਦਰ ਕ੍ਰੋਧ ਕਰਕੇ ਨਰ ਨਾਰਾਇਣ ਤੇ ਚੜ੍ਹ ਦੌੜਿਆ। ਨਾਰਾਇਣ ਨੇ ਤਾਂ ਰੁਦਰ ਦਾ ਗਲ ਫੜ ਲਿਆ ਅਤੇ ਨਰ ਨੇ ਉਹਨਾਂ ਨੂੰ ਮਾਰਨ ਦੇ ਵਾਸਤੇ ਇੱਕ ਸੀਖ ਚੁੱਕੀ ਜੋ ਵੱਡਾ ਸਾਰਾ ਪਸ਼ੂ ਬਣ ਗਈ। ਨਾਰਾਇਣ ਤੇ ਰੁਦਰ ਦਾ ਘੋਰ ਯੁੱਧ ਹੋਣ ਲੱਗਾ। ਉਸ ਕਰਕੇ ਧਰਤੀ ਅਤੇ ਆਕਾਸ਼ ਵਿੱਚ ਕਈ ਤਰ੍ਹਾਂ ਦੇ ਉਪਦਰਵ ਹੋਣ ਲੱਗੇ। ਜਦ ਬ੍ਰਹਮਾ ਨੇ ਆ ਕੇ ਰੁਦਰ ਨੂੰ ਸਮਝਾਇਆ ਕਿ ਇਹ ਆਪ ਨਾਰਾਇਣ ਦੇ ਅਵਤਾਰ ਹਨ ਅਤੇ ਕਿਸੇ ਵੇਲੇ ਤੁਹਾਡੀ ਪੈਦਾਇਸ਼ ਵੀ ਇਹਨਾਂ ਦੇ ਕ੍ਰੋਧ ਤੋਂ ਹੋਈ ਸੀ, ਤਦ ਰੁਦਰ ਨੇ ਪ੍ਰਾਰਥਨਾ ਕਰਕੇ ਨਾਰਾਇਣ ਨੂੰ ਪ੍ਰਸੰਨ ਕੀਤਾ। ਇਸ ਦੇ ਮਗਰੋਂ ਰੁਦਰ ਨਾਲ ਨਰ ਨਾਰਾਇਣ ਦੀ ਗੂੜੀ ਮਿੱਤਰਤਾ ਹੋ ਗਈ। ਮਹਾਭਾਰਤ ਦੇ ਨਾਰਾਇਣੀ ਯਾਖਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਪਰਮ ਬ੍ਰਹਮ ਦੇ ਅਵਤਾਰ ਨਰ ਅਤੇ ਨਾਰਾਇਣ ਨਾਮਕ ਦੋ ਰਿਖੀਆਂ ਨੇ ਨਾਰਾਇਣੀ ਅਰਥਾਤ ਭਾਗਵਤ ਧਰਮ ਦਾ ਪ੍ਰਚਾਰ ਕੀਤਾ ਸੀ, ਜੋ ਉਹਨਾਂ ਦੇ ਕਹਿਣ ਨਾਲ ਜਦ ਨਾਰਦ ਰਿਖੀ ਸਵੇਤਦੀਪ ਗਏ ਸਨ, ਤਦ ਆਪ ਭਗਵਾਨ ਨੇ ਉਹਨਾਂ ਨੂੰ ਇਸ ਧਰਮ ਦਾ ਉਪਦੇਸ਼ ਕੀਤਾ ਸੀ। ਦੇਵੀ ਭਾਗਵਤ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਪੁੱਤਰ ਧਰਮ ਨੇ ਦੱਖੇ ਦੀਆਂ 10 ਧੀਆਂ ਨਾਲ ਵਿਆਹ ਕੀਤਾ ਸੀ, ਜਿਨ੍ਹਾਂ ਦੇ ਗਰਭ ਤੋਂ ਹਰੀ, ਕ੍ਰਿਸ਼ਨ, ਨਰ ਅਤੇ ਨਾਰਾਇਣ ਨਾਮ ਦੇ 4 ਪੁੱਤਰ ਪੈਦਾ ਹੋਏ ਸਨ। ਇਹਨਾਂ ਵਿੱਚੋਂ ਹਰੀ ਅਤੇ ਕ੍ਰਿਸ਼ਨ ਦਾ ਯੋਗਾਭਿਆਸ ਕਰਦੇ ਸਨ ਅਤੇ ਨਰ ਤੇ ਨਾਰਾਇਣ ਹਿਮਾਲਯ ਤੇ ਕਠਨ ਤਪੱਸਿਆ ਕਰਦੇ ਸਨ। ਉਸ ਵੇਲੇ ਇੰਦਰ ਨੇ ਡਰ ਕੇ ਇਹਨਾਂ ਦੀ ਤਪੱਸਿਆ ਭੰਗ ਕਰਨ ਦੇ ਵਾਸਤੇ ਕਾਮ, ਕ੍ਰੋਧ ਅਤੇ ਲੋਭ ਦੀ ਰਚਨਾ ਕੀਤੀ ਅਤੇ ਉਹਨਾਂ ਨੂੰ ਨਰ ਨਾਰਾਇਣ ਦੇ ਸਾਹਮਣੇ ਭੇਜਿਆ। ਪਰ ਨਰ ਨਾਰਾਇਣ ਦੀ ਤਪੱਸਿਆ ਭੰਗ ਨਹੀਂ ਹੋਈ। ਤਦ ਇੰਦਰ ਨੇ ਕਾਮਦੇਵ ਦੀ ਸ਼ਰਨ ਲਈ। ਕਾਮਦੇਵ ਆਪਣੇ ਨਾਲ ਬਸੰਤ ਅਤੇ ਰੰਭਾ, ਤਿਲੋਤਮਾ ਆਦਿਕ ਅਪੱਛਰਾਂ ਨੂੰ ਲੈ ਕੇ ਨਰ ਨਾਰਾਇਣ ਦੇ ਪਾਸ ਪੁੱਜਾ। ਉਸ ਵੇਲੇ ਅਪੱਛਰਾ ਆਦਿਕ ਦੇ ਗਾਉਣੇ ਨਾਲ ਨਰ ਨਾਰਾਇਣ ਦੀਆਂ ਅੱਖਾਂ ਖੁੱਲ੍ਹੀਆਂ। ਉਹਨਾਂ ਨੇ ਚਾਲਾਂ ਸਮਝ ਲਈਆਂ ਅਤੇ ਇੰਦਰ ਨੂੰ ਸ਼ਰਮਿੰਦਾ ਕਰਨ ਦੇ ਵਾਸਤੇ ਛੇਤੀ ਨਾਲ ਆਪਣੀ ਲੱਤ ਤੋਂ ਇੱਕ ਬਹੁਤ ਸੁੰਦਰ ਅਪੱਛਰਾ ਪੈਦਾ ਕੀਤੀ, ਜਿਸ ਦਾ ਨਾਮ ਉਰਵਸ਼ੀ ਪਿਆ। ਇਸ ਤੋਂ ਮਗਰੋਂ ਉਹਨਾਂ ਨੇ ਇੰਦਰ ਦੀਆਂ ਭੇਜੀਆਂ ਹੋਈਆਂ ਹਜ਼ਾਰਾਂ ਅਪਸਰਾਂ ਦੀ ਸੇਵਾ ਕਰਨ ਦੇ ਵਾਸਤੇ ਉਹਨਾਂ ਤੇ ਵਧੀਕ ਸੋਹਣੀਆਂ ਦਾਸੀਆਂ ਵੀ ਪੈਦਾ ਕੀਤੀਆਂ। ਫਿਰ ਤਾਂ ਉਹਨਾਂ ਸਾਰਿਆਂ ਅਪਸਰਾਂ ਨੇ ਨਰ ਨਾਰਾਇਣ ਤੋਂ ਇਹ ਵੀ ਵਰ ਮੰਗਿਆ ਸੀ ਕਿ ਆਪ ਸਾਡੇ ਪਤੀ ਹੋਵੋ। ਉਹਨਾਂ ਦੀ ਇਹ ਬੇਨਤੀ ਸੁਣ ਕੇ ਨਰ ਨਾਰਾਇਣ ਨੇ ਉਹਨਾਂ ਨੂੰ ਕਿਹਾ ਸੀ ਕਿ ਦੁਆਪਰ ਵਿੱਚ ਜਦ ਅਸੀਂ ਅਵਤਾਰ ਲਵਾਂਗੇ, ਤਦ ਤੁਸੀਂ ਰਾਜਕੁਲ ਵਿੱਚ ਜਨਮ ਲਵੋਗੀਆਂ। ਉਸ ਵੇਲੇ ਤੁਹਾਡੀ ਇੱਛਾ ਪੂਰੀ ਹੋਵੇਗੀ। ਉਸ ਦੇ ਮੁਤਾਬਿਕ ਹੀ ਨਾਰਾਇਣ ਸ਼੍ਰੀ ਕ੍ਰਿਸ਼ਨ ਅਤੇ ਨਰ ਅਰਜਨ ਹੋਏ ਸਨ। ਇਹੀ ਨਰ ਨਾਰਾਇਣ ਰਿਖੀ ਹੀ ਦੁਆਪਰ ਦੇ ਅੰਤ ਵਿੱਚ ਅਰਜਨ ਅਤੇ ਕ੍ਰਿਸ਼ਨ ਰੂਪ ਹੋ ਕੇ ਪ੍ਰਗਟ ਹੋਏ ਸਨ। ਮਹਾਭਾਰਤ ਅਤੇ ਭਾਗਵਤ ਆਦਿਕ ਪੁਰਾਣਾਂ ਵਿੱਚ ਕਈ ਜਗ੍ਹਾ 'ਤੇ ਲਿਖਿਆ ਹੈ। ਇति ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਤ੍ਰਿਤੀय ਕਰ ਅਤੇ ਨਾਰਾਇਣ ਚਤੁਰਥ ਅਵਤਾਰ ਸੰਪੂਰਨਮ ਸਤ ਸ਼ੁਭਮ ਸਤ। ਸ਼੍ਰੀ ਬਚਿੱਤਰ ਨਾਟਕ ਗ੍ਰੰਥ ਤੀਸਰਾ ਨਰ ਅਤੇ ਚੌਥਾ ਨਾਰਾਇਣ ਅਵਤਾਰ ਸਮਾਪਤ। ਸਤ ਸ਼ੁਭਮ ਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।